ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਨਫੋਕਸ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਕੋਰੋਨਾ ਵਾਇਰਸ ਕ੍ਰਾਈਸਿਸ ਦੇ ਚੱਲਦਿਆਂ ਮਿਲੀਅਨਸ ਦੀ ਤਾਦਾਦ ਦੇ ਵਿੱਚ ਕੈਨੇਡੀਅਨਸ ਨੇ ਆਪਣੀਆਂ ਨੌਕਰੀਆਂ ਤੇ ਤਨਖਾਹਾਂ ਗਵਾਈਆਂ। ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਕੌਮਾਂਤਰੀ ਵਿਦਿਆਰਥੀ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਤੇ ਜੇ ਗੱਲ ਕਰੀਏ ਪਰਮਨੈਂਟ ਰੈਜ਼ੀਡੈਂਸ ਕਾਰਡ ਹੋਲਡਰਸ ਦੀ, ਤੇ ਉਹ ਵੀ ਆਪਣੀ ਸਪਾਊਸਲ ਇਮੀਗ੍ਰੇਸ਼ਨ ਐਪਲੀਕੇਸ਼ਨ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ। ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਕੈਨੇਡਾ ਵਿੱਚ ਰਹਿ ਰਹੇ ਵੱਖ-ਵੱਖ ਕਮਿਊਨਿਟੀ ਦੇ ਕੌਮਾਂਤਰੀ ਵਿਦਿਆਰਥੀ ਅਤੇ ਪਰਮਨੈਂਟ ਰੈਜ਼ੀਡੈਂਸ ਕਾਰਡ ਹੋਲਡਰਸ ਵੱਲੋਂ ਫੈਡਰਲ ਅਤੇ ਸੂਬਾ ਸਰਕਾਰਾਂ ਦੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਐਪਲੀਕੇਸ਼ਨ ਦਾ ਸਟੇਟਸ ਜਲਦ ਤੋਂ ਜਲਦ ਅਪਡੇਟ ਕੀਤਾ ਜਾਵੇ। ਪੇਸ਼ ਹੈ ਇੱਕ ਖਾਸ ਰਿਪੋਰਟ। ਪੈਂਡੇਮਿਕ ਦੇ ਕਾਰਨ ਇਮੀਗ੍ਰੈਂਟਸ ਆਪਣੇ ਪਰਿਵਾਰ ਤੋਂ ਕਾਫੀ ਸਮੇਂ ਤੋਂ ਦੂਰ ਹਨ ਤੇ ਕਈ ਇਮੀਗ੍ਰੈਂਟਸ ਨੇ ਮਹਾਮਾਰੀ ਦੇ ਕਾਰਨ ਮੈਂਟਲ ਹੈਲਥ ਕ੍ਰਾਈਸਿਸ ਦਾ ਵੀ ਸਾਹਮਣਾ ਕੀਤਾ। ਪੈਂਡੇਮਿਕ ਦੇ ਕਾਰਨ ਡਿਲੇ ਹੋਏ ਐਪਲੀਕੇਸ਼ਨ ਪ੍ਰੋਸੈਸ ਦੇ ਵਿਰੋਧ ਦੇ ਵਿੱਚ ਹੁਣ ਇਮੀਗ੍ਰੈਂਟਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਐਪਲੀਕੇਸ਼ਨ ਦਾ ਸਟੇਟਸ ਜਲਦ ਤੋਂ ਜਲਦ ਅਪਡੇਟ ਕੀਤਾ ਜਾਵੇ ਤਾਂ ਜੋ ਉਹ ਆਪਣੇ ਸਪਾਊਸ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਮਾਂ ਬਤੀਤ ਕਰ ਸਕਣ। मई 2019 में अप्लाई किया था और हमारी फ़ाइल पे कोई प्रोग्रेस नहीं हुई है और इसकी वजह से हमारी फैमिली रिलेशंस, मेंटल वेलबींग सब अफेक्ट हो रही है। और मैं IRCC से रिक्वेस्ट करूँगा कि हमारी फ़ाइल को, और यहाँ पे जो भी लोग प्रोटेस्ट कर रहे हैं, सबकी फ़ाइल को टाइमली प्रोसेस करें। यूजुअली फ़ाइल 3 महीने में प्रोसेस होती है बट हमारी फ़ाइल को अराउंड 18 मंथ्स हो गए हैं, फ़ाइल प्रोसेस नहीं हुई है। मैं अपनी सिस्टर के बिहाफ पे यहाँ पर हूँ। मेरी सिस्टर 18 महीनों से यहाँ नहीं आ पा रही है, उसका हस्बैंड यहाँ अकेला है। एज अ फैमिली हमको बहुत मेंटल टेंशन है एंड इसी वजह से हम यहाँ पर आए हैं। हम लोगों को बताना चाहते हैं कि फैमिलीज़ मिल नहीं पा रही हैं और बिना वजह के, बिना डेट दिए हुए डिले किया जा रहा है। सो होप करते हैं कि गवर्नमेंट को ये समझ में आएगा और फैमिलीज़ को रीयूनाइट करने का मौका मिलेगा। ਕੁਝ ਦਿਨ ਪਹਿਲਾਂ ਟੋਰਾਂਟੋ ਦੇ ਵਿੱਚ IRCC ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਇਮੀਗ੍ਰੈਂਟਸ ਨੇ ਕਿਹਾ ਕਿ ਕੋਰੋਨਾ ਵਾਇਰਸ ਆਊਟਬ੍ਰੇਕ ਦੌਰਾਨ ਪਰਿਵਾਰਾਂ ਨੂੰ ਰੀਯੂਨਾਈਟ ਕਰਨ ਲਈ IRCC ਦੇ ਨਿਯਮ ਕਾਫੀ ਨਹੀਂ ਹਨ। आई एम एन इंटरनेशनल स्टूडेंट फ्रॉम इंडिया। मेरे हस्बैंड की फ़ाइल दिसंबर 2020 में लगी थी और अभी तक कोई रिज़ल्ट नहीं आया है, सिर्फ मेडिकल और बायोमेट्रिक ही अपडेट हुआ है। एंड वेन एवर आई एम ट्राइंग टू कॉन्टैक्ट विद IRCC दे आर सिंपली सेइंग बिकॉज ऑफ कोविड-19। बट मेरा ये कहना है कि कोविड-19 तो पिछले 2 साल से चल रहा है, हमें अपनी लाइफ को अब नॉर्मल करना है। सो वी हैव टू स्टार्ट लिविंग विद कोविड-19। Please process our files because I have no one here from my family and I am emotionally depressed. ਮੈਂ ਆਪਣੇ ਹਸਬੈਂਡ ਦੀ ਫਾਈਲ ਅਪ੍ਰੈਲ ਵਿੱਚ ਅਪਡੇਟ ਕੀਤੀ ਸੀ ਬਟ ਜਦੋਂ ਵੀ ਉਹਨਾਂ ਦੀ ਫਾਈਲ ਦਾ ਕੋਈ ਵੀ ਪ੍ਰੋਸੈਸ ਪਤਾ ਕਰਦੇ ਹਾਂ ਤੇ ਉਹਨਾਂ ਦਾ ਇਹੀ ਆਂਦਾ ਹੈ ਕਿ ਅੰਡਰ ਪ੍ਰੋਸੈਸ ਹੈ, ਕੋਈ ਵੀ ਫਾਈਲ 'ਤੇ ਰਿਸਪੌਂਸ ਨਹੀਂ ਆ ਰਿਹਾ। ਅਸੀਂ ਇੱਥੇ ਪਰਮਾਨੈਂਟ ਨਹੀਂ ਹੈਗੇ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੇ ਵਿੱਚ ਇਮੋਸ਼ਨਸ ਨਹੀਂ ਹੈਗੇ, ਸਾਡੇ ਵਿੱਚ ਵੀ ਇਮੋਸ਼ਨਸ ਨੇ ਐਂਡ ਅਸੀਂ ਵੀ ਆਪਣੇ ਹਸਬੈਂਡ ਨੂੰ, ਆਪਣੀ ਫੈਮਲੀਜ਼ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਅਸੀਂ IRCC ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੇ ਸਪਾਊਸਿਸ ਦੀ ਫਾਈਲਸ 'ਤੇ ਵੀ ਵਰਕ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਟੈਂਪਰੇਰੀ ਰੈਜ਼ੀਡੈਂਸ ਵੀਜ਼ਾਸ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨਸ ਲਈ ਅਕਸਰ ਰੱਦ ਕਰ ਦਿੱਤੇ ਜਾਂਦੇ ਹਨ ਕਿਉਂਕਿ ਐਪਲੀਕੈਂਟਸ ਨੂੰ ਇਹ ਦਿਖਾਉਣਾ ਜ਼ਰੂਰੀ ਹੁੰਦਾ ਹੈ ਕਿ ਜੇ ਉਹਨਾਂ ਦੇ ਸਟੇ ਦੌਰਾਨ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਪੂਰੀ ਨਹੀਂ ਹੁੰਦੀ ਤੇ ਉਹਨਾਂ ਨੂੰ ਕੈਨੇਡਾ ਛੱਡਣਾ ਪਏਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਵੱਲੋਂ ਇਮੀਗ੍ਰੇਸ਼ਨ ਐਪਲੀਕੇਸ਼ਨ ਲਈ ਵਰਚੁਅਲ ਵਿਆਹਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਹਾਲਾਂਕਿ ਸਰਕਾਰ ਵੱਲੋਂ ਸਪਾਊਸਲ ਅਤੇ ਕਾਮਨ ਲਾਅ ਸਪਾਂਸਰਸ਼ਿਪ ਐਪਲੀਕੇਸ਼ਨਸ ਹਾਲੇ ਵੀ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਪਰ ਐਪਲੀਕੈਂਟਸ ਨੂੰ ਆਪਣੀ ਫਾਈਲ ਸੰਬੰਧੀ ਫਰਵਰੀ ਤੋਂ ਲੈ ਕੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ, ਜਿਸ ਕਰਕੇ ਐਡਮਿੰਟਨ, ਆਟਵਾ, ਮੌਂਟਰੀਅਲ, ਟੋਰਾਂਟੋ ਅਤੇ ਵੈਂਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਕੀਤੇ ਗਏ ਤੇ ਸਪੈਸ਼ਲ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਲਈ ਪਟੀਸ਼ਨ ਵੀ ਚਲਾਈ ਗਈ। This was my kid's photo when I filed for PR. Now she's 2 years old. I have not been able to be with them for almost 2 years. So whenever we call, it's the same response. They say all stages are passed. We are just waiting for the officer to make the final decision.
we don't know when this pain of separation is going to end. ਮੇਰਾ IRCC ਨੂੰ ਇਹ ਰਿਕੁਐਸਟ ਹੈ, ਪਲੀਜ਼ ਸਾਡੀ ਫਾਈਲ ਨੂੰ ਜਲਦੀ ਤੋਂ ਜਲਦੀ ਪ੍ਰੋਸੈਸ ਕਰਨ ਤਾਂ ਜੋ ਅਸੀਂ ਇਕੱਠੇ ਹੋ ਸਕੀਏ। ਇੱਥੇ ਇਕੱਲੇ ਰਹਿਣਾ ਬਹੁਤ ਮੁਸ਼ਕਿਲ ਹੈ ਤੇ ਆਈ ਨੀਡ ਇਮੋਸ਼ਨਲ ਸਪੋਰਟ ਆਲਸੋ। ਆਈ ਫੀਲ ਅਲੋਨ ਹੇਅਰ, ਆਈ ਕੈਨ ਲਿਵ ਵਿਦਆਊਟ ਹਿਮ। ਪਲੀਜ਼ ਪ੍ਰੋਸੈਸ ਆਰ ਫਾਈਲ। ਕਾਬਲੇ ਗੌਰ ਹੈ ਕਿ ਕੰਜ਼ਰਵੇਟਿਵ ਇਮੀਗ੍ਰੇਸ਼ਨ ਕ੍ਰਿਟਿਕ ਵੱਲੋਂ ਪ੍ਰਾਪਤ ਕੀਤੇ ਵਿਭਾਗੀ ਅੰਕੜਿਆਂ ਮੁਤਾਬਕ ਨਵੰਬਰ 2020 ਤੱਕ ਬੈਕਲੌਗ ਦੇ ਵਿੱਚ 50,000 ਤੋਂ ਵੱਧ ਸਪਾਊਸਲ ਸਪਾਂਸਰਸ਼ਿਪ ਅਰਜ਼ੀਆਂ ਸਨ ਤੇ ਪੈਂਡੈਮਿਕ ਦੌਰਾਨ ਟੂਰਿਸਟ ਵੀਜ਼ਾ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਲਗਭਗ 250 ਦਿਨਾਂ ਦਾ ਸੀ, ਜੋ ਕਿ ਆਮ ਤੌਰ ਉੱਤੇ ਲਗਭਗ 21 ਦਿਨਾਂ ਦਾ ਹੁੰਦਾ ਹੈ। ਸਪਾਊਸਲ ਪੀਆਰ ਐਪਲੀਕੇਸ਼ਨ ਲਈ ਜੰਮੂ ਕਸ਼ਮੀਰ ਤੋਂ ਰਵਨੀਤ ਕੌਰ ਨੇ ਵੀ 2 ਸਾਲ ਪਹਿਲਾਂ ਅਰਜ਼ੀ ਪਾਈ ਸੀ, ਪਰ ਹਾਲੇ ਤੱਕ ਉਹਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਤੋਂ ਕੋਈ ਖਾਸ ਜਵਾਬ ਹਾਸਲ ਨਹੀਂ ਹੋਇਆ ਹੈ। ਇਸ ਸੰਬੰਧੀ ਰਵਨੀਤ ਕੌਰ ਕੀ ਕਹਿਣਾ ਚਾਹੁੰਦੇ ਹਨ, ਅਸੀਂ ਉਹਨਾਂ ਦੇ ਨਾਲ ਵਰਚੁਅਲੀ ਗੱਲ ਕੀਤੀ। ਸਤਿ ਸ਼੍ਰੀ ਅਕਾਲ ਰਵਨੀਤ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਹਾਈ ਜਸਲੀਨ, ਸਤਿ ਸ਼੍ਰੀ ਅਕਾਲ, ਥੈਂਕ ਯੂ ਫॉर ਹੈਵਿੰਗ। ਰਵਨੀਤ, ਜਿਸ ਤਰ੍ਹਾਂ ਅਸੀਂ ਇਮੀਗ੍ਰੇਸ਼ਨ ਪ੍ਰੋਸੈਸ ਦੀ ਗੱਲ ਕਰ ਰਹੇ ਹਾਂ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹੈ ਸਿਟੀਜ਼ਨਸ਼ਿਪ ਅਪਲਾਈ ਕੀਤੇ ਹੋਏ? ਜਸਲੀਨ, ਮੈਨੂੰ ਅਜੇ it's been 9 months that my file is under process, like in March, but before that I had 2 rejections. I got married in 2019, right? So I started my file process in 2020. So but 2 बार मेरा rejection हुआ था, and then again I applied it in March. So मेरे को अपना I got a medical request, but after May I have not heard anything on my case. So I am just recently, last week, I got a mail from them. That too, when I had given them the documents, there was some updation in my file. So they have given me that mail. They have sent a mail which जिसमें ये लिखा हुआ है they are only giving priority to because of Afghanistan crisis, they are giving priority to refugee visas, and I will have to, the spousal visa has to wait. So that is what I got a response from them recently, like last week. After that, I have no response. ਜੀ ਰਵਨੀਤ, ਅਸੀਂ ਦੇਖ ਰਹੇ ਹਾਂ ਕਿ ਕਾਫੀ ਲੋਕਾਂ ਨੂੰ ਇਸ ਵੇਲੇ ਚੈਲੰਜਸ ਆ ਰਹੇ ਨੇ, ਮੁਸ਼ਕਿਲਾਂ ਆ ਰਹੀਆਂ ਨੇ ਆਪਣੀ ਫਾਈਲ ਪਾਉਣ ਸੰਬੰਧੀ। ਸੋ ਤੁਹਾਨੂੰ ਕਿਸ ਤਰ੍ਹਾਂ ਦੇ ਚੈਲੰਜਸ ਆਏ ਨੇ? See, Jasleen, challenges तो बहुत ही ज़्यादा थे because पहले तो it's like compiling the documents for a spousal visa or any other visas when you have to apply for Canada is difficult, right? And because of COVID, it took me almost 4 to 5 months to get my file, like documents for my file. So from PCC, from my marriage documents and everything. So compiling the documents for a file is a huge process and a very tiring process. And after that, your file is taking so much time to move, and that is a different science altogether, right? So वो एक अलग ही बन जाता है। Challenges तो इसी चीज के हैं कि आपको पहले इतनी documentation देनी पड़ती है, तब आप दे देते हो, you have everything ready, you have given everything as per the requirements of IRCC, but still you have to wait so long to reunite with your family members. That is really sad. There was nothing like that. ਜੀ ਰਵਨੀਤ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਪੈਂਡੈਮਿਕ ਦੇ ਟਾਈਮ ਤੇ ਕਾਫੀ ਲੋਕੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ, ਐਂਡ ਸਪੈਸ਼ਲੀ ਜਿਹੜੇ ਲੋਕੀ ਜਿਸ ਤਰ੍ਹਾਂ ਤੁਹਾਡਾ ਇੱਕ ਕੇਸ ਹੈਗਾ ਜਿਹੜੇ ਕਿ ਆਪਣੇ ਜਿਹੜੇ ਹਸਬੈਂਡਸ ਨੇ ਉਹ ਆਪਣੀ ਵਾਈਫ ਤੋਂ ਦੂਰ ਨੇ ਐਂਡ ਵਾਈਸ ਵਰਸਾ। ਸੋ ਡੈਫੀਨੇਟਲੀ ਕਾਫੀ ਸਾਰੇ ਕੇਸਿਸ ਅਜਿਹੇ ਹੈਗੇ ਨੇ, ਕੁਝ ਫੈਮਲੀਜ਼, ਕੁਝ ਪਰਿਵਾਰ ਜਿਹੜੇ ਨੇ ਉਹ ਕਾਫੀ ਇੱਕ ਦੂਜੇ ਤੋਂ ਦੂਰ ਬੈਠੇ ਨੇ, ਪੈਂਡੈਮਿਕ ਕਰਕੇ ਟਰੈਵਲ ਨਹੀਂ ਕਰ ਸਕੇ, ਰਿਸਟ੍ਰਿਕਸ਼ਨਸ ਕਰਕੇ ਦੇ ਵਰ ਨਾਟ ਏਬਲ ਟੂ ਟਰੈਵਲ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਪੈਂਡੈਮਿਕ ਦੇ ਦਿਨਾਂ ਦੌਰਾਨ ਤੁਸੀਂ ਕਿਸ ਤਰ੍ਹਾਂ ਮੈਨੇਜ ਕੀਤਾ, ਕਿਸ ਤਰ੍ਹਾਂ ਤੁਸੀਂ ਕੰਟੈਕਟ ਦੇ ਵਿੱਚ ਰਹੇ ਆਪਣੇ ਹਸਬੈਂਡ ਦੇ ਨਾਲ? Jasleen, it was very difficult for me because I belong to Kashmir, and during all this process I was in Kashmir, and you know how situation in Kashmir is, internet nahi kaam karta, and there were so many issues like 2G and all that. So it was very bad for me, the communication process, because I was not able to contact him for 1 week, 2 weeks. So we had really bad communication during that COVID time. Then you have lack of internet and lack of facilities. So it was very, very bad with me. In my case, my communication was very bad because we were not able to communicate through phone or anything else because ना phone चलते थे ना internet चलता था. जी. भी uncertainty होता था, तो बंद हो जाता था. So that was worst part of my 2 years long wait. So that has increased my problem more. And what has happened is because of that,
your health gets affected, your mental health gets affected. There's so many things which are getting affected now. So communication part is really bad. ਜੀ ਰਵਨੀਤ, ਤੁਹਾਨੂੰ ਕੀ ਲੱਗਦਾ ਹੈ ਕਿ ਗਵਰਨਮੈਂਟ ਨੂੰ ਇਸ ਵੇਲੇ ਕਿਹੜੇ ਚੇਂਜਸ ਇਸ ਪ੍ਰੋਸੈਸ ਦੇ ਵਿੱਚ ਲਿਆਉਣੇ ਚਾਹੀਦੇ ਨੇ ਸੋ ਦੈਟ ਜਿਹੜੇ ਲੋਕਾਂ ਦੀ ਫਾਈਲ ਕਾਫੀ ਟਾਈਮ ਤੋਂ ਪੈਂਡਿੰਗ ਪਈ ਹੈ ਉਸ ਨੂੰ ਜਲਦੀ ਪ੍ਰੋਸੈਸ ਕੀਤਾ ਜਾ ਸਕੇ? At least they should give priority to the spousal visas, at least to the people जिनको वहाँ पे citizenship मिल चुका है, जो already PR holders हैं, like since very long, right? So why are we letting everybody, wait for just reuniting with their family members? At least you should, make this process little bit easy because there is COVID. You are considering everybody. You are taking students. Students are going every day. So when you are allowing students, when flights are open and students are going in, no other person can travel. So there is no purpose of opening a direct flight, in my opinion. So at least कुछ तो करो कि डॉक्यूमेंटेशन पार्ट कम हो जाए. जब प्रूव हो गया, मेडिकल तक आप पहुंच गए हो, तो उसके बाद तो अब टाइम लो तो give us visas, passport request or anything, or at least tell us how much time it will take. 6 months, 1 year, 9 months, 3 months, how much time? At least we will be mentally prepared. Abhi bahut anxious, we are getting anxious now because we have done with my medical. So usually क्या होता है, when there was no COVID, 3 months में आपका passport request आ जाता है ना, आपका visa आ जाता है. अभी तो it's been 5 months now. So this is what I want government to look into and really do something for them. जिनके husbands या जिनके spouses already they have visas and PRs and they are already citizen of Canada, so they need to do something, priorities or something. ਰਵਨੀਤ, ਸਿਟੀਜ਼ਨਸ਼ਿਪ ਫਾਈਲ ਦਾ ਜਿਹੜੀ ਪ੍ਰੋਸੈਸਿੰਗ ਹੁੰਦੀ ਹੈ ਇਹਦਾ ਇੱਕ ਪੂਰਾ ਪ੍ਰੋਪਰ ਟਾਈਮ ਹੁੰਦਾ ਹੈ, ਇੱਕ ਪੂਰਾ ਪ੍ਰੋਸੈਸ ਫੋਲੋ ਕੀਤਾ ਜਾਂਦਾ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੁਹਾਨੂੰ ਸੰਪਰਕ ਕੀਤਾ ਜਾਏ ਔਰ ਤੁਸੀਂ ਆਪਣੀ ਸਿਟੀਜ਼ਨਸ਼ਿਪ ਲੈ ਸਕੋ ਇੱਥੇ ਆ ਕੇ ਤੇ ਆਪਣੇ ਸਪਾਊਸ ਨੂੰ ਮਿਲ ਸਕੋ। ਥੈਂਕ ਯੂ ਸੋ ਮਚ ਫॉर ਜੁਆਇਨਿੰਗ PDC ਪੰਜਾਬੀ। ਕੈਨੇਡਾ ਵਿੱਚ ਫੈਡਰਲ ਚੋਣਾਂ ਤੋਂ ਬਾਅਦ ਫਿਲਹਾਲ ਸਰਕਾਰ ਵੱਲੋਂ ਨਵੀਂ ਕੈਬਨਿਟ ਦਾ ਗਠਨ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗਲਵਾਰ ਨੂੰ ਨਵੇਂ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਏਗਾ, ਜਿਸ ਤੋਂ ਬਾਅਦ PDC ਪੰਜਾਬੀ ਕੈਨੇਡਾ ਦੀ ਟੀਮ ਵੱਲੋਂ ਇਮੀਗ੍ਰੇਸ਼ਨ ਵਿਭਾਗ ਨੂੰ ਇਸ ਸੰਬੰਧੀ ਸੰਪਰਕ ਜ਼ਰੂਰ ਕੀਤਾ ਜਾਏਗਾ। ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਇੱਕ ਇਮੀਗ੍ਰੇਸ਼ਨ ਲਾਇਰ ਦੇ ਨਾਲ। ਬਣੇ ਰਹੋ ਸਾਡੇ ਨਾਲ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਇਨ ਫੋਕਸ ਦੇ ਵਿੱਚ। ਕੈਨੇਡਾ ਦੇ ਵਿੱਚ ਵੱਖ-ਵੱਖ ਕਮਿਊਨਿਟੀ ਦੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਆਪਣੀ ਇਮੀਗ੍ਰੇਸ਼ਨ ਐਪਲੀਕੇਸ਼ਨ ਅਤੇ PR ਕਾਰਡ ਹੋਲਡਰਸ ਵੱਲੋਂ ਆਪਣੀ ਸਪਾਊਸਲ ਵੀਜ਼ਾ ਐਪਲੀਕੇਸ਼ਨ ਸੰਬੰਧੀ ਅਪਡੇਟ ਲੈਣ ਲਈ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਕਿੰਨੇ ਜਾਇਜ਼ ਹਨ ਅਤੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਐਪਲੀਕੇਸ਼ਨ ਦਾ ਬੈਕਲੌਗ ਕਦੋਂ ਤੱਕ ਘਟ ਸਕਦਾ ਹੈ, ਇਸ ਸੰਬੰਧੀ ਅਸੀਂ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਇਮੀਗ੍ਰੇਸ਼ਨ ਲਾਇਰ ਮਨੂ ਦੱਤਾ ਦੇ ਨਾਲ। ਸਤਿ ਸ਼੍ਰੀ ਅਕਾਲ ਮਨੂ ਦੱਤਾ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PDC ਪੰਜਾਬੀ ਤੇ। ਜਸਲੀਨ ਜੀ, ਥੈਂਕ ਯੂ ਵੈਰੀ ਮਚ ਐਂਡ ਇਟ ਇਜ਼ ਆਲਵੇਜ਼ ਅ ਪਲੇਜ਼ਰ ਤੁਹਾਡੇ ਨਾਲ ਗੱਲ ਕਰਕੇ ਐਂਡ ਦਰਸ਼ਕਾਂ ਰੂਬਰੂ ਹੋ ਕੇ। ਥੈਂਕ ਯੂ ਜੀ। ਇਟਸ ਅ ਪਲੇਜ਼ਰ ਫॉर ਅਸ ਐਜ਼ ਵੈਲ। ਜਦੋਂ ਵੀ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਅਸੀਂ ਹਮੇਸ਼ਾ ਤੁਹਾਨੂੰ ਕੰਟੈਕਟ ਕਰਦੇ ਹੈਗੇ ਹਾਂ। ਇਸ ਵੇਲੇ ਅਸੀਂ ਦੇਖੀਏ ਕਿ ਇਮੀਗ੍ਰੇਸ਼ਨ ਫਾਈਲ ਪ੍ਰੋਸੈਸਿੰਗ ਟਾਈਮ ਜਿਹੜਾ ਹੈਗਾ ਇੱਕ ਵੱਡਾ ਮਸਲਾ ਹੈਗਾ। ਅਸੀਂ ਦੇਖਿਆ ਕਿ ਪੈਂਡੈਮਿਕ ਦੇ ਨਾਲ ਕਾਫੀ ਪ੍ਰੋਸੈਸਿੰਗ ਟਾਈਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਔਰ ਇਸੇ ਨੂੰ ਧਿਆਨ 'ਚ ਰੱਖਦਿਆਂ ਕੁਝ ਲੋਕਾਂ ਨੂੰ ਕਾਫੀ ਦਿੱਕਤਾਂ ਆਈਆਂ, ਕੁਝ ਦੀ ਫਾਈਲਸ ਸ਼ਾਇਦ ਜਲਦੀ ਪ੍ਰੋਸੈਸ ਹੋ ਗਈ। ਦੇਖੀਏ ਤੇ ਪਿਛਲੇ ਮਹੀਨੇ ਵੀ ਬੱਚਿਆਂ ਵੱਲੋਂ ਸਾਰੀ ਕਮਿਊਨਿਟੀ ਦੇ ਬੱਚਿਆਂ ਨੇ ਮਿਲ ਕੇ ਇੱਕ ਪ੍ਰੋਟੈਸਟ ਕੀਤਾ ਔਰ ਗਵਰਨਮੈਂਟ ਦੇ ਅੱਗੇ ਇੱਕ ਮੰਗ ਰੱਖੀ ਕਿ ਜਿਹੜੀ ਸਾਡੀ ਪ੍ਰੋਸੈਸਿੰਗ ਟਾਈਮ ਹੈਗਾ ਉਸ ਨੂੰ ਵਧਾਇਆ ਜਾਏ। ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਕਿ ਜਿਹੜੇ ਇਸ ਵੇਲੇ ਡਿਲੇਜ਼ ਚੱਲ ਰਹੇ ਨੇ, ਆਰ ਥੀਸ ਡਿਲੇਜ਼ ਫॉर ਦੀ ਇਮੀਗ੍ਰੇਸ਼ਨ ਪ੍ਰੋਸੈਸਿੰਗ ਟਾਈਮ ਅੰਡਰਸਟੈਂਡੇਬਲ? ਓਕੇ, ਸਭ ਤੋਂ ਪਹਿਲਾਂ ਜਸਲੀਨ ਆਪਾਂ ਨੂੰ ਇੱਕ ਚੀਜ਼ ਅੰਡਰਸਟੈਂਡ ਕਰਨੀ ਪਏਗੀ ਕਿ ਪੈਂਡੈਮਿਕ ਨੇ ਹਰ ਚੀਜ਼ ਉਥਲ-ਪੁਥਲ ਕਰ ਦਿੱਤੀ ਜੀ, ਰਾਈਟ। ਐਂਡ ਨੋਬਡੀ ਐਕਸਪੈਕਟਡ ਕਿ ਪੈਂਡੈਮਿਕ ਇੰਨਾ ਲੰਬਾ ਹੋ ਜਾਏਗਾ, ਇੰਨਾ ਐਕਸਟੈਂਡ ਹੋ ਜਾਏਗਾ, ਉਹਦੇ ਰੈਪਰਕੇਸ਼ਨਸ ਕਿੰਨੇ ਹੋਣਗੇ, ਕਿਸ ਤਰ੍ਹਾਂ ਲੋਕਾਂ ਦਾ ਨੁਕਸਾਨ ਹੋਇਆ। ਗਵਰਨਮੈਂਟ ਨਹੀਂ ਚਾਹੁੰਦੀ ਕਿ ਕਿਸੇ ਦਾ ਨੁਕਸਾਨ ਹੋਵੇ ਐਂਡ ਸਭ ਤੋਂ ਵੱਡਾ ਨੁਕਸਾਨ ਹੈਗਾ ਜਾਨ ਮਾਲ ਦਾ ਨੁਕਸਾਨ ਜੀ। ਸੋ ਉਸੇ ਨੂੰ ਕਰਟੇਲ ਕਰਨ ਵਾਸਤੇ ਗਵਰਨਮੈਂਟ ਨੇ ਸਾਰੇ ਮੇਜਰਸ ਲਿੱਤੇ ਸੀਗੇ ਤਾਂ ਕਿ ਨੁਕਸਾਨ ਘੱਟ ਹੋਵੇ ਜਾਂ ਨਾ ਹੋਵੇ, ਰਾਈਟ। ਪੈਂਡੈਮਿਕ ਕਰਕੇ ਜਿੰਨੇ ਵੀ ਵੀਜ਼ਾ ਪੋਸਟ ਸੀਗੇ ਸਾਰੇ ਆਫਿਸਰਸ ਵਰ ਕਾਲਡ ਬੈਕ। ਈਵਨ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਬੜੇ ਮਿਨੀਮਲ ਵਰਕ ਫੋਰਸ ਦੇ ਨਾਲ ਕੰਮ ਹੋ ਰਿਹਾ
ਐਂਡ ਜਿੰਨੇ ਵੀ ਡਿਸੀਜਨ ਮੇਕਿੰਗ ਅਥਾਰਟੀਜ਼ ਸੀਗੇ ਦੇ ਆਰ ਨਾਟ देयर ਐਂਡ ਮੋਸਟ ਆਫ ਦਾ ਜਿਹੜਾ ਚੀਜ਼ਾਂ ਕੀ ਹੋਈਆਂ ਕਿ ਸਾਰੀਆਂ ਡਿਜੀਟਲਾਈਜ਼ ਦੇ ਉੱਤੇ ਹੁਣ ਫੋਕਸ ਆ ਗਿਆ ਬਿਕੋਜ਼ ਕਾਫੀ ਸਾਰੇ ਆਫਿਸਰਸ ਅੱਜ ਵੀ ਘਰ ਬੈਠੇ ਹੋਏ ਆਪਣੀ ਫਾਈਲਸ ਦੇ ਐਕਸੈਸ ਕਰ ਰਹੇ ਨੇ, ਕੰਮ ਕਰ ਰਹੇ ਨੇ। ਸੋ ਜਿੰਨੀਆਂ ਪੇਪਰ ਬੇਸਡ ਐਪਲੀਕੇਸ਼ਨ ਸੀਗੀਆਂ ਉਹਨਾਂ ਤੇ ਸਾਰਾ ਡਿਲੇ ਚੱਲ ਰਿਹਾ ਹੈਗਾ ਐਂਡ ਵਰਕਫੋਰਸ ਦੇ ਘੱਟ ਹੋਣ ਕਰਕੇ ਰਿਮੋਟਲੀ ਕੰਮ ਕਰਨ ਕਰਕੇ ਆ ਸਾਰੀ ਚੀਜ਼ਾਂ ਆਈਆਂ ਹੈਗੀਆਂ। ਯੂ ਆਰ ਐਬਸੋਲੂਟਲੀ ਰਾਈਟ, ਬਹੁਤ ਸਾਰੇ ਲੋਕ ਅਫੈਕਟ ਹੋਏ ਨੇ ਬਟ ਯੂ ਨੋ ਵੀ ਹੈਵ ਟੂ ਗੋ ਹਾਲਾਤ ਜਿਸ ਤਰ੍ਹਾਂ ਦੇ ਬਣਦੇ ਪਏ ਸੀਗੇ ਉਸੇ ਦੇ ਨਾਲ ਸੋਚਣਾ ਵੀ ਪਏਗਾ। ਅਸੀਂ ਆਪਣੀ ਮੁਸ਼ਕਲਾਂ ਨੂੰ ਸਮਝ ਰਹੇ ਹਾਂ ਰਾਈਟ, ਬਟ ਅਸੀਂ ਆ ਨਹੀਂ ਸੋਚਦੇ ਪਏ ਕਿ ਗਵਰਨਮੈਂਟ ਕਿਸ ਹਾਲਾਤ ਚੋਂ ਨਿਕਲ ਰਹੀ ਹੈ, ਗਵਰਨਮੈਂਟ ਨੇ ਕਿਹੜੇ ਪ੍ਰੀਕਾਸ਼ਨਰੀ ਮੈਜਰਸ ਲੈਣੇ ਨੇ। ਗਵਰਨਮੈਂਟ ਨਹੀਂ ਚਾਹੁੰਦੀ ਕਿ ਆਪਣੇ ਟਾਰਗੇਟਸ ਦੇ ਉੱਤੇ ਫੋਕਸ ਕਰਨ ਬਿਕੋਜ਼ ਗਵਰਨਮੈਂਟ ਦਾ ਟਾਰਗੇਟ ਫॉर 2021 ਵਾਸ 4,01,000 ਇਮੀਗ੍ਰੈਂਟ ਦਾ। ਹਾਲੇ ਤੱਕ ਜੇ ਅਸੀਂ ਗੱਲ ਕਰੀਏ ਅਗਸਤ ਤੱਕ 2,22,000 ਨੰਬਰਸ ਹੋਏ ਨੇ ਹਾਲੇ ਤੱਕ ਜਿਹੜੇ ਲੈਂਡ ਕਰ ਚੁੱਕੇ ਨੇ। ਹਾਲੇ ਵੀ 1,80,000 ਬਾਕੀ ਹੈਗੇ ਨੇ ਜਿਹੜੇ ਸੈਪਟੈਂਬਰ, ਅਕਤੂਬਰ, ਨਵੰਬਰ, ਦਸੰਬਰ 4 ਮਹੀਨੇ ਦੇ ਵਿੱਚ ਹੋਣੇ ਸੀ। ਸੋ 45,000 ਤਕਰੀਬਨ ਨੰਬਰ ਚਾਹੀਦੇ ਸੀਗੇ ਸਾਨੂੰ ਹਰ 4 ਮਹੀਨਿਆਂ ਦੇ ਵਿੱਚ। ਇਲੈਕਸ਼ਨਸ ਵਿੱਚ ਆ ਗਈਆਂ, ਉਹਦੇ ਵੀ ਦੈਟ ਵਾਸ ਵਨ ਫੈਕਟਰ ਬਿਕੋਜ਼ ਕੋਈ ਡਿਸਾਈਡਿੰਗ ਅਥਾਰਟੀਜ਼ ਨਹੀਂ ਸੀਗੀਆਂ, ਆਫਿਸਰਸ ਉਸ ਤਰ੍ਹਾਂ ਕੰਮ ਨਹੀਂ ਕਰ ਰਹੇ ਸੀਗੇ ਬਿਕੋਜ਼ ਗਵਰਨਮੈਂਟ ਤੋਂ ਇੰਸਟਰਕਸ਼ਨ ਉਸ ਤਰ੍ਹਾਂ ਦੀ ਨਹੀਂ ਸੀਗੀਆਂ। ਹੁਣ ਨਾਓ ਵਨਸ ਦ ਗਵਰਨਮੈਂਟ ਗੈਟ ਸਵੋਨ ਇਨ ਅਗੇਨ ਤੇ ਅਗੇਨ ਆਈ ਥਿੰਕ ਫੋਕਸ ਵਿਲ ਬੀ ਅਗੇਨ ਔਨ ਦ ਨੰਬਰਸ ਐਂਡ ਗਵਰਨਮੈਂਟ ਵੀ ਆਪਣੇ ਨੰਬਰ ਦਿਖਾਉਣਾ ਚਾਹੁੰਦੀ ਹੈ। ਐਸੇ ਕਰਕੇ ਤੁਸੀਂ ਦੇਖੋ ਕਿ CEC ਵਾਸਤੇ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਹੋਏ ਸੀ ਐਪਲੀਕੈਂਟਸ ਉਹਨਾਂ ਦੇ ਤੇ ਜਿਹੜੇ ਪਾਸ ਆਊਟ ਵੀ ਹੋਏ ਸੀ ਉਹਨਾਂ ਦੇ ਵੀ ਮਜ਼ੇ ਲੱਗ ਗਏ ਬਿਕੋਜ਼ TR to PR ਦੇ ਵਿੱਚ ਉਹ ਵੀ 30,000 ਐਪਲੀਕੇਸ਼ਨਸ ਲੱਗ ਗਈਆਂ। ਸੋ ਯੈਸ ਹਰ ਕੈਟੇਗਰੀ ਨੇ ਕੁਛ ਕੁ ਨੇ ਫਾਇਦਾ ਲਿੱਤਾ ਆ, ਕੁਛ ਨੂੰ ਨੁਕਸਾਨ ਹੋਇਆ ਜੀ। ਜੀ ਜਿਸ ਤਰ੍ਹਾਂ ਤੁਸੀਂ ਕਹੇ ਕਿ ਡਿਜੀਟਲੀ ਅਸੀਂ ਮੂਵ ਹੋਏ ਹਾਂ ਕਾਫੀ ਪੈਂਡੈਮਿਕ ਕਰਕੇ, ਸੋ ਜਿਹੜੀ ਪੇਪਰ ਐਪਲੀਕੇਸ਼ਨ ਸੀਗੀਆਂ ਉਹ ਡਿਲੇ ਹੋਈਆਂ। ਸੋ ਕੀ ਇਹ ਗੱਲ ਠੀਕ ਹੈ ਜਿਹੜੇ ਲੋਕੀ ਸ਼ਿਕਾਇਤ ਕਰ ਰਹੇ ਨੇ ਕਿ ਉਹਨਾਂ ਨੇ 2 ਸਾਲ ਪਹਿਲਾਂ ਫਾਈਲ ਰੱਖੀ ਤੇ ਉਹਨਾਂ ਦਾ ਨੰਬਰ ਨਹੀਂ ਆਇਆ ਔਰ ਕਈ ਲੋਕਾਂ ਨੇ ਸਾਡੇ ਬਾਅਦ ਰੱਖੀ ਫਾਈਲ ਔਰ ਉਹਨਾਂ ਦਾ ਨੰਬਰ ਆ ਗਿਆ? ਹਾਂਜੀ ਬਿਲਕੁਲ ਐਬਸੋਲੂਟਲੀ ਕੁਛ ਇੱਕ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ। ਕਈ ਵਾਰੀ ਹਮੇਸ਼ਾ ਕੁਛ ਫਾਈਲਸ ਇਸ ਤਰ੍ਹਾਂ ਦੀ ਹੁੰਦੀਆਂ ਜਸਲੀਨ ਜਿਹੜੀਆਂ ਪਾਇਲਟ ਦੇ ਵਿੱਚ ਪਿਕ ਹੋ ਜਾਂਦੀ ਹੈ ਕਿਉਂਕਿ ਗਵਰਨਮੈਂਟ ਕੋਈ ਨਾ ਕੋਈ ਪਾਇਲਟ ਰੱਖਦੀ ਰਹਿੰਦੀ ਹੈਗੇ, ਪਾਇਲਟ ਪ੍ਰੋਗਰਾਮਸ ਰਾਈਟ। ਸੋ ਪਾਇਲਟ ਦੇ ਵਿੱਚ ਜਿਹੜੀ ਵੀ ਫਾਈਲ ਪਿਕ ਹੋਏਗੀ ਉਹਦੇ ਤੇ ਫੋਕਸ ਇਮੀਡੀਏਟ ਹੋਏਗਾ। ਸੋ ਉਹਦੇ ਤੇ ਉਹਨਾਂ ਦੇ ਆਫਿਸਰਸ ਦੇ ਉੱਤੇ ਵੀ ਨਜ਼ਰ ਹੈਗੀ, ਉਹਨਾਂ ਫਾਈਲਸ ਦੇ ਉੱਤੇ ਵੀ ਨਜ਼ਰ ਹੀ ਹੈ। ਸੋ ਗਵਰਨਮੈਂਟ ਵਾਂਟਸ ਅ ਫੀਡਬੈਕ ਔਨ ਦੈਮ। ਸੋ ਦੈਟ ਇਜ਼ ਵਨ ਰੀਜ਼ਨ ਕੁਛ ਫਾਈਲਸ ਜਲਦੀਆਂ ਮੂਵ ਹੋਈਆਂ। ਬਟ ਤੁਸੀਂ ਇੱਕ ਦੂਸਰਾ ਪ੍ਰੋਟੈਸਟ ਦੀ ਗੱਲ ਕੀਤੀ, ਬੱਚੇ ਸ਼ੁੱਡ ਬੀ ਹੈਪੀ ਬਿਕੋਜ਼ ਇਹੋ ਜਿਹੇ ਬੱਚੇ ਜਿਹੜੇ ਇੱਕ ਦਿਨ ਵੀ ਜੌਬ ਕਰਦਿਆਂ ਹੋਇਆ ਸੀਗਾ ਉਹ ਵੀ PR ਲੈ ਗਏ TR to PR ਦੇ ਵਿੱਚ। ਸੋ ਦੇ ਸ਼ੁੱਡ ਬੀ ਹੈਪੀ ਰਾਦਰ ਦੈਨ ਯੂ ਨੋ ਰੇਜ਼ਿੰਗ ਇਸ਼ੂਜ਼ ਲਾਈਕ ਦਿਸ ਐਂਡ ਮੁਜ਼ਾਹਰੇ ਕਰਨ ਤੋਂ ਚੰਗਾ ਹੈਗਾ ਕਿ ਯੂ ਨੋ ਕੈਨੇਡਾ ਇਜ਼ ਨਾਟ ਅ ਕੰਟਰੀ ਜਿੱਥੇ ਇਸ ਤਰ੍ਹਾਂ ਦੇ ਮੁਜ਼ਾਹਰੇ ਹੁੰਦੇ ਸੀਗੇ ਰਾਈਟ ਐਂਡ ਆਈ ਥਿੰਕ ਦੈਟਸ ਅ ਰੋਂਗ ਟ੍ਰੈਂਡ ਅਸੀਂ ਤੁਰ ਪਏ ਹਾਂ ਜਿਹੜੇ ਵਾਲੇ ਪਾਸੇ। ਜੀ ਬਿਲਕੁਲ। ਮਨੁਦੱਤਾ ਜੀ ਇਸ ਵੇਲੇ ਐਸਟੀਮੇਟਡ ਟਾਈਮ ਕੀ ਚੱਲ ਰਿਹਾ ਹੈਗਾ ਇੱਕ ਫਾਈਲ ਦਾ ਔਰ ਬੈਕਲੌਗ ਕੀ ਕਹਿ ਸਕਦੇ ਹਾਂ ਕਦੋਂ ਤੱਕ ਘਟੇਗੀ? ਜਸਲੀਨ ਤੁਸੀਂ ਬੜਾ ਕ੍ਰਿਟੀਕਲ ਕੁਐਸਚਨ ਪੁੱਛ ਲਿਆ ਐਂਡ ਨੋਬਡੀ ਕੈਨ ਕਮੈਂਟ ਔਨ ਦਿਸ। ਬੈਕਲੌਗ ਇਸ ਟਾਈਮ ਤੇ ਦੇਰ ਇਜ਼ ਨੋ ਡਾਊਟ ਬਹੁਤ ਵੱਡਾ ਬੈਕਲੌਗ ਹੈਗਾ ਰਾਈਟ। ਅਸੀਂ ਸਪਾਊਜ਼ਲ ਐਪਲੀਕੇਸ਼ਨ ਦਾ ਜਿਹੜਾ ਫਾਈਲ ਨੰਬਰ ਜਿਹੜਾ 3 ਮਹੀਨਿਆਂ 'ਚ ਆਉਂਦਾ ਸੀਗਾ ਅੱਜ ਦੀ ਤਰੀਕ 'ਚ 8 ਮਹੀਨਿਆਂ ਦੇ ਵਿੱਚ ਆ ਰਿਹਾ ਹੈਗਾ। ਸੋ ਅਸੀਂ ਵਰਕ ਪਰਮਿਟ ਦੀ ਫਾਈਲਸ ਕਹਿ ਲਈਏ, ਵਰਕ ਪਰਮਿਟ ਦੀ ਫਾਈਲ ਨੋਰਮਲੀ 3 ਹਫ਼ਤਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ 8 ਤੋਂ 12 ਹਫ਼ਤਿਆਂ ਦੇ ਵਿੱਚ ਪ੍ਰੋਸੈਸ ਹੁੰਦੀ ਸੀ, ਉਹ ਅੱਜ ਦੀ ਤਰੀਕ ਸਵਾ ਸਾਲ 1.5 ਸਾਲ ਪ੍ਰੋਸੈਸਿੰਗ ਟਾਈਮ ਚਲਾ ਗਿਆ ਹੈਗਾ ਹੁਣ। ਬਟ ਗਵਰਨਮੈਂਟ ਇਜ਼ ਅਗੇਨ ਬੈਕ ਔਨ ਦਾ ਜੌਬ ਐਂਡ ਪਿਛਲੇ ਸਾਲ ਦਾ ਬੈਕਲੌਗ ਆਲਮੋਸਟ ਖਤਮ ਹੋ ਚੁੱਕਾ ਹੈਗਾ। ਸੋ ਹੁਣ ਅਸੀਂ ਫਸਟ ਕੁਆਰਟਰ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਆ ਚੁੱਕੇ ਹਾਂ। ਹੁਣ ਅਸੀਂ ਗੱਲ ਕਰੀਏ ਕਿ TR to PR ਦੇ ਵਿੱਚ ਉਹਦੇ ਵਿੱਚ ਵੀ ਕਾਫੀ ਜਿਹੜੇ ਇਸ ਟਾਈਮ ਕੈਨੇਡਾ ਦੇ ਵਿੱਚ ਐਪਲੀਕੈਂਟਸ ਪ੍ਰੈਜ਼ੈਂਟ ਹੈਗੇ ਨੇ ਉਹਨਾਂ 'ਤੇ ਫੋਕਸ ਹੈਗਾ ਬਿਕੋਜ਼ ਗਵਰਨਮੈਂਟ ਚਾਹੁੰਦੀ ਹੈ ਬਾਹਰੋਂ ਭਾਵੇਂ ਲੈਂਡ ਕਰਨ ਨਾ ਕਰਨ ਕੈਨੇਡਾ ਵਾਲੇ ਐਪਲੀਕੈਂਟਸ ਪੂਰੇ ਹੋ ਜਾਣ, ਪੱਕੇ ਉਹ ਨੰਬਰਸ ਐਡ ਹੋ ਜਾਣ। ਸੋ ਉਹਦੇ 'ਤੇ ਫੋਕਸ ਹੈਗਾ। ਟਾਈਮ ਲੱਗੇਗਾ ਬਟ ਯੈਸ ਗਵਰਨਮੈਂਟ ਇਜ਼ ਬੈਕ ਔਨ ਟਰੈਕ, ਕੰਮ ਹੋ ਰਿਹਾ ਇਸ ਟਾਈਮ ਤੇ, ਫਾਈਲਸ ਪ੍ਰੋਸੈਸ ਹੋ ਰਹੀਆਂ। ਅਸੀਂ ਕੋਈ ਵੀ ਫਾਈਲ ਪਿਕ ਕਰ ਲਈ, ਅਸੀਂ ਵਿਜ਼ਿਟ ਵੀਜ਼ਾ ਦੀ ਪਿਕ ਕਰ ਲਈ, ਅਸੀਂ ਸੁਪਰ ਦੀ ਗੱਲ ਕਰ ਲਈਏ, ਅਸੀਂ ਸਪਾਊਜ਼ਲ ਐਪਲੀਕੇਸ਼ਨਸ ਦੀ ਗੱਲ ਕਰ ਲਈਏ, ਹੁਣ ਸਾਰਿਆਂ ਦੇ ਉੱਤੇ ਦੇਰ ਇਜ਼ ਅ ਵਰਕ ਦੈਟ ਇਜ਼ ਗੋਇੰਗ ਔਨ ਐਂਡ ਅਸੀਂ ਰੋਜ਼ ਅਪਡੇਟਸ ਦੇਖਦੇ ਹਾਂ ਇਸ ਤਰ੍ਹਾਂ ਦੀਆਂ ਪੋਜ਼ੀਟਿਵ। ਜੀ ਡੈਫੀਨਿਟਲੀ ਹੁਣ ਟਰੈਵਲ ਵੀ ਖੁੱਲ ਗਿਆ, ਟੂਰਿਸਟ ਵੀਜ਼ਾ ਵੀ ਖੁੱਲ ਗਿਆ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਾਇਦ ਦੇਖਾਂਗੇ ਕਿ ਪ੍ਰੋਸੈਸਿੰਗ ਟਾਈਮ ਸ਼ਾਇਦ ਘਟੇ, ਲੇਕਿਨ ਕੀ ਇੱਕ ਇਮੀਗ੍ਰੇਸ਼ਨ ਆਫਿਸਰ ਜਿਹੜਾ ਹੈਗਾ ਉਹ ਇੱਕ ਰਿਲਾਇਬਲ ਐਸਟੀਮੇਸ਼ਨ ਟਾਈਮਲਾਈਨ ਪ੍ਰੋਵਾਈਡ ਕਰ ਸਕਦਾ ਹੈ ਲੋਕਾਂ ਨੂੰ ਜਾਂ ਨਹੀਂ? ਕਿਉਂਕਿ ਅਸੀਂ ਹੁਣੇ ਰੀਸੈਂਟਲੀ ਕਪਲ ਦੇ ਨਾਲ ਗੱਲ ਕੀਤੀ ਜਿਹਨਾਂ ਦੀ ਜਿਹੜੀ ਵਾਈਫ ਹੈ ਉਹ ਇੰਡੀਆ ਦੇ ਵਿੱਚ ਹੈਗੇ ਨੇ, ਉਹਨਾਂ ਦੀ ਮੈਰਿਜ ਹੋਈ 2019 ਦੇ ਵਿੱਚ ਤੇ ਹਸਬੈਂਡ ਇੱਥੇ ਹੈਗੇ ਨੇ ਤੇ 2019 ਦੇ ਵਿੱਚ ਉਹਨਾਂ ਨੇ ਆਪਣੀ ਫਾਈਲ ਪਾਈ ਸੀ, ਉਹਨਾਂ ਦਾ ਟੂਰਿਸਟ ਵੀਜ਼ਾ ਰਿਜੈਕਟ ਹੋ ਗਿਆ ਸੀ। ਸੋ ਉਹਨਾਂ ਦੀ ਕੰਪਲੇਂਟ ਸੀਗੀ ਕਿ ਸਾਨੂੰ ਇੱਕ ਰਿਲਾਇਬਲ ਟਾਈਮਲਾਈਨ ਨਹੀਂ ਮਿਲ ਰਹੀ। ਕੀ ਇਮੀਗ੍ਰੇਸ਼ਨ ਆਫਿਸਰ ਦੇ ਹੱਥ ਦੇ ਵਿੱਚ ਹੈਗਾ ਇੱਕ ਪ੍ਰੋਪਰ ਟਾਈਮਲਾਈਨ ਪ੍ਰੋਵਾਈਡ ਕਰਨੀ ਕਿ ਤੁਹਾਡੀ ਫਾਈਲ ਨੂੰ ਇੰਨਾ ਟਾਈਮ ਲੱਗੇਗਾ? ਇਸ ਲਈ ਇਹਨਾਂ ਜਿਹੜੇ ਸਪਾਊਜ਼ਲ ਐਪਲੀਕੇਸ਼ਨਸ ਹੁੰਦੀਆਂ ਨਾ, ਕੁਝ ਮੈਰਿਜ ਜੈਨੂਇਨ ਹੁੰਦੀਆਂ, ਕੁਝ
ਇੱਕ ਫੇਕ ਹੁੰਦੀਆਂ ਹੈਗੀਆਂ ਐਂਡ ਜਦੋਂ ਫੇਕ ਮੈਰਿਜਸ ਸਾਹਮਣੇ ਆਉਂਦੀਆਂ ਈਵਨ ਜਿਹੜੀ ਜੈਨੂਇਨ ਮੈਰਿਜਸ ਹੁੰਦੀਆਂ ਉਹਦੇ ਤੇ ਵੀ ਜਿਹੜੀ ਸਕਰੂਟਨੀ ਹੁੰਦੀ ਹੈ ਉਹ ਵੱਧ ਜਾਂਦੀ ਹੈਗੀ ਹੈ ਸੋ ਦੈਟ ਕੁਡ ਬੀ ਵਨ ਆਫ ਦਾ ਇੰਪੈਕਟ ਔਨ देयर ਐਪਲੀਕੇਸ਼ਨ ਬਟ ਅੱਜ ਦੀ ਤਰੀਕ ਦੇ ਵਿੱਚ 2020 ਫਾਈਲਸ ਵੀ ਮੂਵ ਹੋਣੀਆਂ ਸ਼ੁਰੂ ਹੋ ਗਈਆਂ ਰਾਈਟ ਵੀ ਹੈਵ ਸੀਨ ਲੋਟ ਆਫ ਵੀਜ਼ਾਸ ਬੀ ਗ੍ਰਾਂਟਡ ਔਨ 2020 ਫਾਈਲਸ ਐਜ਼ ਵੈਲ ਸੋ ਇਹ ਨਹੀਂ ਹੈਗਾ ਕਿ 2019 ਦੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਆਪਣੇ ਏਰੀਏ ਦੇ ਜਿੱਥੇ ਰਹਿੰਦੇ ਨੇ ਉਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਨਾਲ ਜਾ ਕੇ ਗੱਲ ਕਰਨ ਆਪਣਾ ਕੇਸ ਡਿਸਕਸ ਕਰਨ ਐਂਡ ਹੀ ਮਾਈਟ ਬੀ ਏਬਲ ਟੂ ਗਿਵ them a updated information ਕਿ ਉਹਨਾਂ ਦੀ ਫਾਈਲ ਤੇ ਕੀ ਹੋ ਰਿਹਾ ਐਂਡ ਕਿੰਨੀ ਸਟੇਜ ਤੇ ਖੜੀ ਹੈਗੀ ਹੈ ਐਂਡ that is the most reliable information he or she can get from the government immigration ਜੇ ਗੱਲ ਕਰੀਏ immigration department would not give them an update at this moment because rather than giving them an update ਉਹਨਾਂ ਨੂੰ better ਹੋਏਗਾ ਕਿ ਉਹ ਆਪਣੀ ਫਾਈਲ ਦੇ ਉੱਤੇ ਕੰਮ ਕਰੀ ਜਾਣ ਜੀ ਬਿਲਕੁਲ ਮਨੁਦੱਤਾ ਜੀ ਜੇ ਅਸੀਂ ਫੋਰਨ ਪਾਲਿਸੀ ਦੀ ਗੱਲ ਕਰੀਏ ਤੇ ਪੈਂਡੈਮਿਕ ਦਾ ਕਿੰਨਾ ਕੁ ਇੰਪੈਕਟ ਜਿਹੜਾ ਫੋਰਨ ਪਾਲਿਸੀ ਤੇ ਪਿਆ ਹੈ ਪੋਲਿਸੀਜ਼ ਦਾ ਇੰਪੈਕਟ ਤਾਂ ਪੈਂਦਾ ਹੀ ਹੈਗਾ ਪੈਂਡੈਮਿਕ ਨੇ ਕਾਫੀ ਸਾਰੀ ਚੀਜ਼ਾਂ ਡੀਰੇਲ ਕਰ ਦਿੱਤੀਆਂ ਹੈਗੀਆਂ ਐਂਡ ਨਾਓ ਦੇ ਆਰ ਅਗੇਨ ਗੈਟਿੰਗ ਬੈਕ ਔਨ ਟਰੈਕ ਐਂਡ ਸਪੈਸ਼ਲੀ ਜਦੋਂ ਦਾ ਟੂਰਿਜ਼ਮ ਟਰੈਵਲ ਖੁੱਲਿਆ ਨਾਨ ਅਸੈਂਸ਼ੀਅਲ ਟਰੈਵਲਸ ਖੁੱਲੇ ਨੇ ਉਸ ਤੋਂ ਬਾਅਦ ਚੀਜ਼ਾਂ ਹੈਵ ਸਟਾਰਟਡ ਕਮਿੰਗ ਬੈਕ ਔਨ ਟਰੈਕ ਐਂਡ ਅੱਜ ਦੀ ਲੇਟੈਸਟ ਅਪਡੇਟ ਜਿਹੜੀ US ਵਾਲੀ ਹੈਗੀ ਉਸ ਤੋਂ ਬਾਅਦ ਥਿੰਗਸ ਵਿਲ ਬੀ ਬੈਕ ਔਨ ਟਰੈਕ ਇੰਡੀਆ ਦੀ ਜਿਹੜੀ ਰੀਸੈਂਟ ਓਪਨਿੰਗਸ ਹੋਈਆਂ ਹੈਗੀਆਂ ਫਲਾਈਟਸ ਦੀਆਂ ਡਾਇਰੈਕਟ ਰਿਜ਼ੰਪਸ਼ਨਸ ਹੋਈਆਂ ਹੈਗੀਆਂ ਉਹਦਾ ਫਰਕ ਪਿਆ ਹੈਗਾ So we are very hopeful that things will be back on track in next coming few weeks. Before the end of 2021, we will see almost a backlog going away and focus वापस उसे same streamlined processing time ਤੇ ਆ ਜਾਏਗਾ। ਜੀ ਮਨੁਦੱਤਾ ਜੀ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਨ ਫੋਕਸ ਦੇ ਵਿੱਚ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@pdcnetwork.com ਤੇ ਮਿਲਾਂਗੇ ਅਗਲੇ ਹਫਤੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PDC ਨਿਊਜ਼ ਦੇ ਨਾਲ।